ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ ਬਾਰ-ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ ਹੈ, ਕਰਦਾ ਕੁਛ ਹੋਰ ਪਿਆ ਹੁੰਦਾ ਹੈ। ਵਿਚਾਰ ਤੇ ਅੰਦਰ ਕੁਛ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਛ ਹੋਰ ਪ੍ਰਗਟ ਕਰ ਰਿਹਾ ਹੁੰਦਾ ਹੈ। ਅੰਦਰ ਚਿੰਤਨ ਯਾਦਾਂ ਤੇ ਕੁਛ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ 'ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਹੈ ਉਹ ਨਹੀਂ ਹੈ। ਮਨੁੱਖ ਜੋ ਕੁਛ ਸੋਚਦਾ ਰਹਿੰਦਾ ਹੈ, ਮਨੁੱਖ ਉਹੀ ਕੁਛ ਹੈ। ਮਨੁੱਖ ਜੋ ਕੁਛ ਕਰਦਾ ਰਹਿੰਦਾ ਹੈ, ਮਨੁੱਖ ਉਹ ਨਹੀਂ ਹੈ। ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ, ਮਨੁੱਖ ਉਹੀ ਕੁਛ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਹੈ, ਧਰਮ ਕਹਿੰਦਾ ਹੈ, ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਛ ਹੈ। ਜਿਸ ਨੂੰ ਬਾਰ-ਬਾਰ ਸੋਚਦਾ ਹੈ, ਜਿਸ ਦੇ ਬਾਰ-ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ, ਯਾਦ ਦਾ ਹਿੱਸਾ ਬਣ ਜਾਂਦਾ ਹੈ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ: ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ ਨੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ, ਮਨੁੱਖ ਉਹ ਨਹੀਂ ਹੈ। ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ, ਮਨੁੱਖ ਉਹੀ ਕੁਛ ਹੈ। ਮਨੁੱਖ ਉਹੀ ਕੁਛ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ। ਗੁਰਦੁਆਰੇ 'ਚ ਬੈਠ ਕੇ ਵੀ ਬੁਰਾ ਸੋਚ ਸਕਦਾ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਗੁਰਦੁਆਰੇ 'ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਕਿਸੇ ਧਾਰਮਿਕ ਸਥਲ ਦੇ 'ਚ ਬੈਠ ਕੇ, ਮੰਦਿਰ ਦੇ 'ਚ ਬੈਠ ਕੇ, ਮਸਜਿਦ ਦੇ 'ਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਸਿਰਫ ਪਰਮਾਤਮਾ ਨੂੰ ਪਤਾ ਹੈ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨਹੀਂ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਅੰਤਰਯਾਮੀ। ਭਾਈ ਗੁਰਦਾਸ ਇੱਕ ਪੰਕਤੀ ਦੇ ਵਿੱਚ ਕਹਿੰਦੇ ਨੇ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ। ਹੇ ਪ੍ਰਭੂ, ਮੈਂ ਤੇ ਕੰਬ ਜਾਨਾ, ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ। ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ ਹਾਂ, ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ।
ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ, ਮਨੋਵਿਗਿਆਨਕ, ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆ ਦੇ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਛ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋਣ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚੱਲਦੀਆਂ ਹੋਣ। ਮਨੋਚਿੰਤਕ ਤੇ ਕਹਿੰਦੇ ਨੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ। ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ ਹੈ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ। ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। तो मन दे तल ते मनुख बिल्कुल सुतंत्र है, आज़ाद है। हाँ, मन ते निगाह परमात्मा दी, क्योंकि वो व्यापक है तो उदा वेखना भी व्यापक है, वो व्यापक है, उदा सुनना भी व्यापक है। पेखत सुनत सदा है संगे, मैं मूर्ख जानिया दूरी रे। हर वक्त कोई मनुख किसी नूं नहीं देख सकता। कोई बच्चे हर वक्त मां बाप की निगाह थले नहीं आते, भरा की निगाह थले हर वक्त भरा नहीं आता, पति की निगाह के थले हर वक्त पत्नी नहीं आती, और पत्नी की निगाह के थले हर वक्त पति नहीं आता। पर सारे संसार के जीव परमात्मा की निगाह के थले ने और हर वक्त ने, हर वक्त ने सब कुछ उसकी निगाह के थले। पेखत सुनत सदा है संगे, मैं मूर्ख जानिया दूरी रे। सब तो वड्डी सियाणप है, अकलमंदी है, नेड़े करके जानदा है। परमात्मा नेड़े है, देख रहा है, मैनू सुन रहा है। ये सब तो वड्डी अकलमंदी है, ये सब तो वड्डी दानशमंदी है, और ये सब तो वड्डी मूर्खता है कि रब किथे देखदा पिया। कानून दी ते पहुंच है कोई नहीं, समाज ते देखदा नहीं पिया ते रब नूं मनदा नहीं, वो किथे देखदा है। जो कुछ करना है कर। महाराज कहते हैं प्रभ सब किछ जाने जिन तू किया। तू जो सोचदा रहिंदा है सब कुछ प्रभु नूं पता। नहीं पता होवेगा कानून नूं तू बच गया होवेगा, नहीं पता समाज नूं तेरी इज्जत मान मर्यादा बनी हुई है, लेकिन प्रभु नूं ते पता, पता। परमात्मा दे बेशुमार गुणां दे चों एक गुण है कि वो वेख के अणडिठ करदा है। दोखन देखत हैं पर देत ना हार। वो अपना हथ नहीं रोकदा भी इतना बुरा सोचदा रहिंदा, इहदे अंदर इतने बुरे विचार चलते रहिंदे ने, इतने बुरे ख्यालों का ये मालक, इहदी इतनी बुरी सोचनी, लेकिन फिर भी परमात्मा अपने हथ नहीं रोकदा। दोखन देखत हैं, देखदा पिया, पड़ोसी वेखदा भी नहीं ते ढंडोरा पिटदा, फलाना तो इंज है इंज है। देखिया भी कख नहीं, ढंडोरा पिटी जा रहा है। अज तक संसार का भरमण करदे आया एक अंदाजे नाल मैं कह सकदा सैकड़े मनुख मैनू ऐसे मिले होणगे जिन्हां ने कहा ज्ञानी जी थानू फलाने बारे पता है, बड़ा अनर्थ कीता है उसने। मैं कहा तू देखिया? कहंदा देखिया ते नहीं सुनिया। सुनिया सुनिया। करीबन 99% मैनू वो मिले ने, जब मैं पूछे तू देखे, कहंदा नहीं सुने।
फिर किसी होर ने भी ये गल कही तो भी तू देखिया नहीं, कहता सुने, सिर्फ सुने, देखिया भी नहीं, ढंडोरा पिट रहा है। परमात्मा देखदे होया भी खामोश, खामोश। दोखन देखत हैं पर देत ना हारे। इस वास्ते असी अरदास दे ये शब्द ऐड कर दिते, जिन्ना वेख के अणडिठ कीता। महान वेख के अणडिठ करना ये परमात्मा वाला सुभाव है, ईश्वर वाला सुभाव है। वेख के अणडिठ कर सकता है कोई स्नेह दे च, कोई प्रेम दे च, उंज नहीं कर सकता। गलतियां ते देखियां ने बच्चे दियां, पर मां पड़दा पांदी है, छुपांदी है, किसी होर नूं ना पता चले। स्नेह, स्नेह। भुल्लां ते देखियां ने, कुछ अनर्थ ते देखिया है भिरा दा, मित्र दा, पर मित्र छुपांदा है, पड़दा पांदा है। भिरा छुपांदा है, पड़दा पांदा है प्यार। आम हालत विच मनुख वेखदा भी नहीं, ढंडोरा पिटदा है। एक प्यार ही इस वास्ते इसनूं कह दिता गया रब वर्गा ही है। प्यार वेखदा भी है तो खामोश हो जाता है, नज़रअंदाज कर देता है। और एक हकीकत है, मीरा ते साफ कहंदी है, हे प्रभु जे तू मेरे औगण गिणन लग पवें फिर ते तेरा मिलना कदी हो ही नहीं सकता, हो ही नहीं सकता। प्रभु जो हमरे दोख मत हृदय दारो। हे प्रभु तेरे सुभाव का पता है, तू मेरे दोखा नूं नहीं देखेगा, ना हृदय दे धारण करेगा। कलगीधर पातशाह ते कहंदे ने ऐसा सुभाव केवल परमात्मा दा है। दोखन देखत हैं पर देत ना हारे। देखदा है, ये अवस्था मनुख दी बन सकती है जिस दिन सारे संसार नाल प्यार हो जाए, तो सारे संसार नाल प्यार उसे नूं भगती कहंदे ने, प्रेमा भगती। परमात्मा नाल प्यार, सारे संसार नाल प्यार। पूरन प्रेम प्रतीत सजे ब्रत गोड़, मड़ी मठ भूल न मान। पूरन प्रेम जिहदी सारी पूर्णता आ गई, परमात्मा आ गया, इसनूं भगती कहंदे ने। जिस दिन मनुख भगत हो जाता है, उहदी अवस्था की बन जाती है। धन गुरु नानक देव जी महाराज फरमान करते हैं, हम नहीं चंगे बुरा नहीं कोई, प्रणवत नानक तारे सोए। साडा कोई दावा नहीं कि मैं चंगा, मेरा कोई कहना नहीं कि कोई बुरा है, कोई बुरा है। मैं चंगा हाँ, मैं चंगा हाँ, भगत दा ये दावा ही खत्म हो जाता है। कोई बुरा है, कोई बुरा है, ऐसा भगत दा कहना ही खत्म हो जाता है। ये भगत दी पहचान और हकीकत है। परमात्मा की दृष्टि कोई बुरा भला नहीं है। गन्ने दे च रस पा दिता है परमात्मा ने, अमृत है। संतरे दा रस, अंगूरां दा रस अमृत है। पर इस अमृत नूं मनुख चाहे तो जहर बना सकता है, शराब बना ले। रस ते मिठा सी, अंगूरां दा कौड़ा हो गया। रस ते स्वादिष्ट सी, मिठा सी, संतरे दा कौड़ा हो गया। रस ते मिठा सी, गन्ने दा कौड़ा हो गया। मिठे नूं मनुख कौड़ा कर सकता है, अमृत नूं मनुख जहर बना सकता है। मनुख कोल ये तौफीक है। शराब नूं ही देख लो, मनुख ने मिठे नूं कौड़ा कर दिता है, तरका के।
ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੌਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖਿਆ ਜ਼ਹਿਰ ਹੀ ਆਉਂਦੀ ਹੈ। ਹਕੀਮ ਵੈਦ ਇਹਨੂੰ ਮਾਰ ਕੇ ਇਸ ਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇਹ ਤੇ ਪੀਣ ਦਾ ਢੰਗ ਹੈ। ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਤੇ ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ। ਇਹ ਤੇਰੇ ਤੇ ਮੁਨੱਸਰ ਹੈ, ਤੂੰ ਜ਼ਹਿਰ ਦੇ ਚ ਜੀਵਣਾ ਹੈ ਕਿ ਅੰਮ੍ਰਿਤ ਦੇ ਚ ਜੀਵਣਾ ਹੈ। ਸਤਸੰਗ ਇਸ ਵਾਸਤੇ ਹੈ, ਔਰ ਅੱਜ ਤੱਕ ਬੜੇ ਬੜੇ ਅਵਤਾਰੀ ਪੁਰਸ਼ ਮਹਿਜ਼ ਇਸ ਲਈ ਆਏ ਕਿ ਮਨੁੱਖ ਚੁਣਾਵ ਠੀਕ ਕਰ ਸਕੇ, ਮਨੁੱਖ ਚੋਣ ਠੀਕ ਕਰ ਸਕੇ। ਅਕਸਰ ਮਨੁੱਖ ਚੁਣਾਵ ਗਲਤ ਕਰ ਲੈਂਦਾ, ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਹੈ। ਜਿਤਨੇ ਜ਼ਿੰਦਗੀ ਦੀ ਤਾਰੀਕੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਕ ਮਨੁੱਖ ਦਾ ਸੰਬੰਧ ਵੀ ਤਾਰੀਕੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ ਹੈ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਕੀ ਨੂੰ ਉਜਵਲ ਕਰਕੇ ਜੂਏ ਖਾਨੇ 'ਚ ਬੈਠਾ ਹੋਵੇਗਾ, ਵੈਸ਼ਿਆਲੇ 'ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਮੰਦਰ ਉਸ ਨੂੰ ਕਹਿੰਦੇ ਨੇ ਜਿਸ ਦਾ ਦੁਆਰ ਸਵੇਰੇ ਖੁੱਲ੍ਹਦਾ ਹੈ, ਅੰਮ੍ਰਿਤ ਵੇਲੇ ਖੁੱਲ੍ਹਦਾ ਹੈ। ਜਿੱਥੇ ਸਵੇਰੇ ਘੜਿਆਲ ਵੱਜਦਾ ਹੈ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ, ਉਹ ਤੇ ਬੇਸ਼ਤਰ ਜਗ੍ਹਾ ਉਂਝ ਹੀ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। ਇਹ ਮਾਰਕੀਟ ਦੇ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ? ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ ਹੈ, ਕੀਮਤ ਵੀ ਗਿਰਦੀ ਜਾਏਗੀ। ਯਕੀਨ ਜਾਣੋ, ਅੱਜ ਧਰਮ ਜਿਤਨਾ ਬੇਕੀਮਤ ਹੋ ਗਿਆ, ਕੋਈ ਚੀਜ਼ ਇਤਨੀ ਬੇਕੀਮਤ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਕੀਕਤ ਹੈ, ਸਚਾਈ ਹੈ। ਜਦ ਕਿ ਉਸ ਤੋਂ ਵੱਡ ਮੁੱਲਾ ਹੋਰ ਕੁਛ ਵੀ ਨਹੀਂ ਹੈ। ਵਸਤੂ ਬਹੁਤ ਪਈ ਹੈ, ਗ੍ਰਾਹਕੀ ਨਹੀਂ ਹੈ। ਕੀਮਤਾਂ ਗਿਰ ਜਾਣਗੀਆਂ, ਬਿਲਕੁਲ ਗ੍ਰਾਹਕੀ ਨਹੀਂ ਹੈ। ਉਹ ਵਸਤੂ ਇੱਕ ਦਿਨ ਮਾਰਕੀਟ ਤੋਂ ਓਝਲ ਹੋ ਜਾਏਗੀ, ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹਿ ਸਕਦੀ। ਚਰਚ ਤੇ ਉਹਨਾਂ ਦੇ ਦਰਵਾਜ਼ੇ ਤੇ ਬਥੇਰੇ ਬੰਦ ਹੋ ਗਏ ਨੇ, ਕਈਆਂ ਦੇ ਤੇ ਦੀਵਾ ਬੱਤੀ ਵੀ ਨਹੀਂ ਆਉਂਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਭਾਰਤ ਵਿੱਚ ਵੀ ਬਹੁਤੇ ਮੰਦਰਾਂ ਦੇ ਸਿਰ ਇਕੱਲਾ ਪੁਜਾਰੀ ਬੈਠਾ ਰਹਿੰਦਾ ਹੈ। ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀਆਂ, ਮਜਾਲ ਹੈ ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ, ਤੜਪ ਰੱਖਦਾ ਹੋਵੇ। ਹਰ ਚੀਜ਼ ਦੀ ਆਪਣੀ ਰੁੱਤ ਹੈ, ਹਰ ਚੀਜ਼ ਦਾ ਆਪਣਾ ਸਮਾਂ ਹੈ। ਨਾਮ ਬੀਜਣ ਦਾ ਵੀ ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਉਹ ਤੇ ਖੋ ਗਿਆ।
ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਰੀਨੋ ਵਿੱਚ ਸੀ। ਮੈਂ ਪਹਿਲੀ ਦਫਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਨੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏ ਖਾਨੇ ਨੇ। ਔਰ ਕਹਿਣ ਲੱਗੇ ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ ਨਾ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ ਹੈ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ। ਮਜਬੂਰੀ ਹੈ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫਾ ਦੇਖਿਆ। ਦੇਖੇ ਦੇ ਸ਼ਹਿਰ ਬੜਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨੇ, ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਦੀ ਇਹ ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ ਹੈ। ਦਰਵਾਜ਼ੇ ਬੰਦ ਪਏ ਨੇ, ਕਿਧਰੇ ਇਤਵਾਰ ਨੂੰ ਖੁੱਲ੍ਹਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ। ਮਨੁੱਖ ਦੀ ਜ਼ਿੰਦਗੀ ਇਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ ਨਹੀਂ। ਜੀਵਨ ਇਤਨਾ ਅੰਧਕਾਰਮਈ ਹੋ ਗਿਆ ਹੈ, ਮਨੁੱਖ ਖੁਦ ਰਾਤ ਹੋ ਗਿਆ ਹੈ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ ਹੈ, ਅੰਮ੍ਰਿਤ ਵੇਲੇ ਦਾ ਜਨਮ ਹੋਇਆ ਹੈ, ਸੰਖ ਨਗਾਰੇ, ਘੜਿਆਲ, ਬਾਂਗ, ਪੂਜਾ ਪਾਠ ਦਾ ਜਨਮ ਹੋਇਆ ਹੈ। ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ, ਜੂਏ ਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੇਸ਼ਾਲਿਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ ਹੈ। ਕਾਰਨ ਬਾਹਰ ਸਿਰਫ ਵੇਖਣਾ ਹੁੰਦਾ ਹੈ ਤੇ ਵੇਖ ਕੇ ਰਸ ਲੈਣਾ ਹੁੰਦਾ ਹੈ। ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ। ਔਖਾ ਕੰਮ ਹੈ, ਔਖਾ ਕੰਮ। ਸਵਾਮੀ ਰਾਮਾਨੰਦ ਦਾ ਭਾਵੇਂ ਇੱਕੋ ਹੀ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਬਸੰਤ ਰਾਗ ਦੇ ਵਿੱਚ, ਬੜਾ ਸਾਰਥਿਕ ਹੈ, ਬੜਾ ਕੀਮਤੀ ਹੈ। ਉਹ ਕਹਿੰਦੇ ਨੇ ਕਤ ਜਾਈਏ ਰੇ ਘਰ ਲਾਗੋ ਰੰਗ। ਕਿੱਥੇ ਜਾਵਾਂ ਮੈਂ, ਘਰ ਦੇ 'ਚ ਹੀ ਰੰਗ ਲੱਗ ਗਿਆ, ਭਟਕਣਾ ਮਿਟ ਗਈ ਹੈ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲਤ ਮਨ ਭਇਓ ਪੰਗ। ਯਾਦਾਂ ਜਦ ਬਾਹਰ ਚਲਨ ਤਾਂ ਮਨ ਭਟਕ ਰਿਹਾ ਹੈ, ਸੋਚਣੀ ਜਦ ਬਾਹਰ ਜਾਵੇ ਤਾਂ ਮਨ ਭਟਕ ਰਿਹਾ ਹੈ, ਵਿਚਾਰ ਜਦ ਬਾਹਰ ਮੁਖੀ ਹੋਵਨ ਤਾਂ ਮਨ ਬਾਹਰ ਭਟਕ ਰਿਹਾ ਹੈ। ਹਰ ਵਕਤ ਮਨ ਬਾਹਰ ਭਟਕਦਾ ਹੈ। ਤੇ ਬਾਹਰ ਕਿਸ ਤਰ੍ਹਾਂ ਭਟਕਦਾ ਹੈ? ਸਮੇਂ ਦੇ 'ਚ ਭਟਕਦਾ ਹੈ, ਵਕਤ ਦੇ 'ਚ ਭਟਕਦਾ ਹੈ, ਕਾਲ ਦੇ 'ਚ ਭਟਕਦਾ ਹੈ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ ਹੈ। ਮਨੁੱਖ ਜਿੱਥੇ ਬੈਠਾ ਹੋਵੇਗਾ, ਹੈ ਮਨ ਅਕਾਲ ਦਾ ਹਿੱਸਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੈ ਤੇ ਅਕਾਲ ਦਾ ਹਿੱਸਾ, ਭਟਕਦਾ ਅਕਾਲ ਦੇ 'ਚ ਹੈ। ਮਨ ਅਕਾਲ ਹੋ ਸਕਦਾ ਹੈ ਤੇ ਕਾਲ ਦਾ ਰੂਪ ਵੀ ਹੋ ਸਕਦਾ ਹੈ। ਅਗਰ ਕਾਲ ਦੇ 'ਚ
ਭਟਕਦਾ ਰਿਹਾ तो बार बार शरीर मिलता रहेगा। इसे नूं कहंदे ने आवागमन, बार बार जमदा रहेगा, मरदा रहेगा, जमदा रहेगा। ये बार बार वाहन इसनूं मिलेगा। जितने चिर तक मन अचेत है सिलसिला चलता रहेगा। हुणे कीर्तन दे च एक पंक्ति आई सी, मिटियो अंधेर मिलत हर नानक, जन्म जन्म की सोई जागी। ਸਰੀਰ ਰਾਤ ਨੂੰ ਸੌਂ ਜਾਂਦਾ, ਸਵੇਰੇ ਜਾਗ ਪੈਂਦਾ ਹੈ। ਇਹ ਮਨ ਤੇ ਕਈ ਜਨਮਾਂ ਦਾ ਸੁੱਤਾ ਪਿਆ। ਇਹ ਵੀ ਮੈਂ ਪਤਾ ਨਹੀਂ ਕਿਤਨੇ ਜਨਮਾਂ ਦਾ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਸਵੇਰੇ ਘਰੋਂ ਨਿਕਲਿਆ, ਸ਼ਾਮ ਨੂੰ ਵਾਪਸ ਆਉਂਦਾ ਹੈ। ਇਹ ਮਨ ਤੇ ਆਪਣੇ ਘਰ ਤੋਂ ਪਤਾ ਨਹੀਂ ਕਿਤਨੇ ਜਨਮਾਂ ਦਾ ਨਿਕਲਿਆ, ਵਾਪਸ ਜਾਣਾ ਹੀ ਭੁੱਲ ਗਿਆ। ਆਵਾਜ਼ ਮਾਰਦੇ ਨੇ ਧੰਨ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਕਿੱਥੇ ਤੱਕ ਭਟਕੇਗਾ, ਕਿੱਥੇ ਤੱਕ ਭਟਕੇਗਾ। ਜਦ ਕੋਈ ਕਹਿੰਦਾ ਮੇਰਾ ਮਨ ਇੱਥੇ ਨਹੀਂ ਟਿਕਦਾ, ਇਹ ਤੇਰਾ ਘਰ ਹੀ ਨਹੀਂ ਹੈ। ਕਿਧਰੇ ਵੀ ਮਨ ਟਿਕਦਾ ਨਹੀਂ, ਕਿਉਂਕਿ ਮਨ ਦਾ ਉਹ ਘਰ ਹੀ ਨਹੀਂ ਹੈ। ਇਹ ਆਪਣੇ ਘਰ ਹੀ ਟਿਕ ਸਕਦਾ ਹੈ। कोई पदार्थ, कोई रंग रूप, कोई पसारा, कोई प्रभता मन का घर नहीं है। मन का घर प्रभु है। कोई पदार्थ मन का घर नहीं है। पदार्थ तन की लोड़ है, तो तन की लोड़ नूं जद मन अपनी लोड़ बना लैंदा ते इसे नूं लोभ कहंदे ने। इसे नूं लोभ कहंदे ने। पदार्थ ते तन की लोड़ सी, इसनूं इसने अपनी मन की लोड़ बना लिया। बड़े ध्यान नाल सुनना। और मन का उसदे च कोई रजेवा नहीं। हाँ, तन की तृप्ति हो सकती है। भोजन तन की लोड़ है, पर मन ने अपनी लोड़ बना रहा। बार बार याद आ रहा है, ऐ खा लवां, ओ खा लवां, ओ खा लवां। ये तो तन की लोड़ सी। भुख भी नहीं लगी तो मन याद करी जा रहा तरह तरह के पकवानां नूं। मैं उस दिन भी अर्ज की सी, लोड़ां मनुख दियां सीमत ने, लोभ की कोई सीमा नहीं है। भुख की सीमा है, स्वाद की कोई सीमा नहीं है, कोई सीमा नहीं। तन दियां लोड़ां नूं जद मनुख मन अपनी लोड़ बना लैंदा है, उसे नूं वासना कहंदे ने। गुस्ताखी माफ, दो शब्द बर्दाश्त कर लेना। काम तन की लोड़ है, मन की नहीं। जद मन अपनी लोड़ बना लैंदा है, वासना बन जाता है। पदार्थ तन की लोड़ है, मन की नहीं। जद मन अपनी लोड़ बना लैंदा, इसनूं लोभ कहंदे ने। शक्ति, ताकत, प्रभता, ये बाहर की कोई सहूलतां वास्ते चाहिए होनी है तन, लेकिन जद मन अपनी लोड़ बना लैंदा है, ये हंकार बन जाता है, प्रबल हंकार बन जाता है। जो सिर्फ तन की लोड़ है, मन ने अपनी लोड़ बना लिया, तो जब प्राप्त हो जाता है, मन की तृप्ति नहीं, तृप्ति नहीं। एक निर्धन ते निर्धन है, चोटी का धनवान भी निर्धन है। ये भी मैं अर्ज करते हैं, इस चक्कर च ना पैना। बड़े बड़े राजे महाराजे जद भिक्षु बनते हैं, या किसी भिक्षु के अगों हथ जोड़ के खड़े होंदे ने, उदों हैरानगी आउंदी, लै हैगे ते राजे महाराजे, ये करदे की पैना। गुरु नानक इसका जिक्र भी करते हैं, रोवें राजे कन्न पड़ाए, घर घर मांगे बिखिया जा। हैगे ते शहनशाह सन, लेकिन पता चलिया ते तन की लोड़ से में मन की लोड़ बनाई। पदार्थ तन की लोड़ ने, जद मन की लोड़ बना लईए, मन नहीं टिकता। किसी राज सिंघासन ते मन नहीं टिकता, तन नहीं बैठता। किसी पदार्थ दे च मन नहीं टिकता, सिर्फ तन नहीं जुड़ता। ये भी मैं अर्ज करां। किसी रूप दे च मन नहीं बैठता, सिर्फ वक्त ही है, वक्त ही है। मन की लोड़ नहीं है। मन की लोड़ परमात्मा है, मन की लोड़ प्रभु है, प्रभुता नहीं है। मन की लोड़ राम है, काम नहीं है।
ਮਨ ਦੀ ਲੋੜ ਪਰਮਾਤਮਾ ਹੈ, ਪਦਾਰਥ ਨਹੀਂ ਹੈ। ਮਨਨ ਦੀ ਲੋੜ ਪ੍ਰਭੂ ਹੈ, ਪ੍ਰਭਤਾ ਨਹੀਂ ਹੈ। ਜਦ ਕੋਈ ਪ੍ਰਭਤਾ ਨੂੰ, ਪਦਾਰਥ ਨੂੰ, ਕਾਮ ਨੂੰ ਆਪਣੇ ਮਨ ਦੀ ਲੋੜ ਬਣਾ ਲੈਂਦਾ ਹੈ, ਭਟਕਣਾ ਵੱਧ ਜਾਂਦੀ ਹੈ, ਵੱਧ ਜਾਂਦੀ ਹੈ, ਭਟਕਣਾ ਵੱਧ ਜਾਂਦੀ ਹੈ। ਕਿਉਂਕਿ ਉਹ ਟਿਕਦਾ ਨਹੀਂ, ਉਹ ਕਿਧਰੇ ਵੀ ਟਿਕਦਾ ਨਹੀਂ। ਮਨ ਭਟਕਦਾ ਹੈ ਕਾਲ ਦੇ 'ਚ, ਸਮੇਂ ਦੇ 'ਚ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ 'ਚ ਭਟਕਦਾ ਹੈ। ਮਨ ਨੂੰ ਭਟਕਣ ਵਾਸਤੇ ਕੋਈ ਅਸਥਾਨ ਨਹੀਂ ਚਾਹੀਦਾ, ਜਗ੍ਹਾ ਨਹੀਂ ਚਾਹੀਦੀ। ਜਗ੍ਹਾ ਚਾਹੀਦੀ ਹੈ ਤਨ ਨੂੰ, ਦੌੜਨ ਭੱਜਣ ਵਾਸਤੇ, ਕੰਮ ਕਰਨ ਵਾਸਤੇ। ਅਸਥਾਨ ਚਾਹੀਦਾ ਹੈ ਤਨ ਨੂੰ, ਮਨ ਨੂੰ ਨਹੀਂ ਚਾਹੀਦਾ। ਮਨ ਤੇ 4 ਫੁੱਟ ਦੀ ਜਗ੍ਹਾ 'ਚ ਵੀ ਬੰਦਾ ਬੈਠਾ ਹੈ, ਮਨ ਹਜ਼ਾਰਾਂ ਮੀਲ ਦੀ ਵਾਟ ਤੈਅ ਕਰੇਗਾ। ਉਹ ਸਮੇਂ 'ਚ ਭਟਕਦਾ ਹੈ, ਉਹ ਵਕਤ ਦੇ 'ਚ ਭਟਕਦਾ ਹੈ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ 'ਚ ਭਟਕੇਗਾ। ਤੁਸੀਂ ਆਖੋਗੇ ਕਿਉਂ ਭਟਕਦਾ ਹੈ, ਯਾਦਾਂ ਦੇ 'ਚ ਕਿਉਂ ਭਟਕਦਾ ਹੈ? ਕੁਛ ਮਿਲਿਆ ਸੀ, ਬੜੀ ਖੁਸ਼ੀ ਮਿਲੀ ਸੀ ਮਿਲ ਕੇ। ਕੁਛ ਮਨ ਭਾਉਂਦਾ ਮਿਲਿਆ ਸੀ, ਬੜੀ ਖੁਸ਼ੀ ਮਿਲੀ, ਫਿਰ ਵਿਛੜ ਗਿਆ, ਬੜੀ ਚੋਟ ਲੱਗੀ, ਬੜਾ ਦੁੱਖ ਹੋਇਆ। ਯਾਦਾਂ ਕਿਸ ਦੀਆਂ ਆਉਂਦੀਆਂ ਨੇ? ਦੁੱਖ ਸੁੱਖ ਦੀਆਂ। ਜਦ ਮਨੁੱਖ ਕੋਈ ਯਾਦਾਂ ਦੇ 'ਚ ਬੈਠਾ ਹੋਵੇ, ਜਾਂ ਸੁੱਖਾਂ ਨੂੰ ਯਾਦ ਕਰ ਰਿਹਾ ਹੋਵੇਗਾ ਜਾਂ ਦੁੱਖਾਂ ਨੂੰ। ਹੋਰ ਕੀ ਯਾਦ ਕਰਦਾ ਹੈ? ਹੋਰ ਕੀ ਯਾਦ ਕਰਦਾ? ਬਗੌਰ ਮੁਤਾਲਾ ਕਰ ਲੈਣਾ। ਆਪ ਸਾਰੇ ਸਿਆਣੇ ਬੈਠੇ ਹੋ। ਕੁਛ ਮਿਲਿਆ ਸੀ, ਕੁਛ ਵੀ ਮਿਲਿਆ ਸੀ। ਕੋਈ ਪਦਾਰਥ ਮਿਲਿਆ ਸੀ, ਮਿੱਤਰ ਮਿਲਿਆ ਸੀ, ਪੁੱਤਰ ਮਿਲਿਆ ਸੀ, ਭਰਾ ਮਿਲਿਆ ਸੀ, ਕੋਈ ਪ੍ਰਭਤਾ ਮਿਲੀ ਸੀ, ਕੁਛ ਵੀ ਮਿਲਿਆ ਸੀ। ਮਿਲ ਕੇ ਬੜੀ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ, ਫਿਰ ਵਿਛੜ ਗਈ। ਸਮੇਂ ਵਿੱਚ ਜੋ ਕੁਛ ਵੀ ਮਿਲਦਾ ਹੈ ਵਿਛੜਦਾ ਹੈ। ਕੁਛ ਵੀ ਮਿਲਦਾ ਹੈ, ਇਹ ਜੀਵਨ में मिले बिछड़ेगा, जवानी मिली है बिछड़ेगी, बचपना मिलिया बिछड़ गया। ਮਿਲਣਾ ਵਿਛੜਨਾ, ਮਿਲਣਾ ਵਿਛੜਨਾ ਇਹ ਸਮੇਂ ਦਾ ਸੁਭਾਅ ਹੈ, ਕਾਲ ਦਾ ਸੁਭਾਅ ਹੈ। ਮਿਲਿਆ ਸੀ, ਬੜੀ ਖੁਸ਼ੀ ਮਿਲੀ, ਯਾਦ ਆਉਂਦੀ ਹੈ। ਵਿਛੜ ਗਿਆ, ਬੜੀ ਚੋਟ ਲੱਗੀ, ਬੜਾ ਦੁੱਖ ਹੋਇਆ, ਯਾਦ ਆਉਂਦਾ ਹੈ। ਯਾਦਾਂ ਦੁੱਖ ਸੁੱਖ ਦੀਆਂ ਆਉਂਦੀਆਂ ਨੇ, ਤੇ ਯਾਦਾਂ ਦਾ ਸੰਬੰਧ ਗੁਜ਼ਰੇ ਹੋਏ ਸਮੇਂ ਨਾਲ ਹੁੰਦਾ ਹੈ। ਉਂਝ ਸਮਾਂ ਇੱਕੋ ਹੀ ਹੈ, ਕਦੀ ਚੱਕਰ 'ਚ ਨਾ ਪੈਣਾ ਕਿ ਸਮੇਂ ਦੇ ਕੋਈ 3 ਰੂਪ ਨੇ। ਮਨੁੱਖ ਕਰਕੇ ਸਮਾਂ ਦਾ ਇਹ ਵਿਭਾਜਨ ਹੋ ਜਾਂਦਾ ਹੈ, ਵੰਡ ਹੋ ਜਾਂਦੀ ਹੈ। ਭੂਤ ਭਵਿਸ਼ ਵਰਤਮਾਨ ਅਸੀਂ ਕਹਿ ਦਿੰਦੇ ਹਾਂ, ਮਾਜ਼ੀ ਹਾਲ ਮੁਸਤਕਬਿਲ ਅਸੀਂ ਕਹਿ ਦਿੰਦੇ ਹਾਂ। ਉਂਝ ਸਮਾਂ ਇੱਕ ਹੈ, ਪਰਮਾਤਮਾ ਦੀ ਦੁਨੀਆ ਸਮਾਂ ਇੱਕ ਹੈ। ਮੇਰੇ ਕਰਕੇ ਕੁਝ ਜਿਹੜਾ ਗੁਜ਼ਰਾ ਹੋਇਆ ਸਮਾਂ ਹੈ ਉਹ ਮੇਰਾ ਭੂਤਕਾਲ ਹੈ, ਆਉਣ ਵਾਲਾ ਭਵਿਸ਼ ਹੈ, ਜੋ ਸਾਹਮਣੇ ਹੈ ਵਰਤਮਾਨ ਹੈ। ਇਹ ਮੇਰੇ ਕਰਕੇ, ਮੈਂ ਨਹੀਂ ਹਾਂ ਤਾਂ ਸਮਾਂ ਤਾਂ ਇੱਕੋ ਹੀ ਹੈ। ਉਮੀਦ ਇਹ ਗੱਲ ਪਕੜਦੇ ਚ ਆ ਗਈ। ਸਮੇਂ ਦੇ ਕੋਈ 3 ਰੂਪ ਨਹੀਂ, ਮਨੁੱਖ ਕਰਕੇ 3 ਰੂਪ ਹੋ ਜਾਂਦਾ ਹੈ। ਮੇਰਾ ਕੁਝ ਗੁਜ਼ਰਿਆ ਹੋਇਆ ਸਮਾਂ ਹੈ, ਮੇਰਾ ਕੁਝ ਆਉਣ ਵਾਲਾ ਸਮਾਂ। ਉਂਝ ਸਮਾਂ ਇੱਕੋ ਹੈ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਤੇ ਯਾਦਾਂ ਵਿੱਚ ਕੀ ਆਉਂਦਾ ਹੈ? ਦੁੱਖ ਤੇ ਸੁੱਖ। ਕਦੀ ਦੁੱਖਾਂ ਨੂੰ ਯਾਦ ਕਰਦਾ, ਕਦੀ ਸੁੱਖਾਂ ਨੂੰ। ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ 'ਚ। ਕਿਉਂ? ਆਉਣ ਵਾਲੇ ਸਮੇਂ ਦੀ ਚਿੰਤਾ ਹੈ। ਹੁਣ ਜੋ ਕੁਛ ਮਿਲਿਆ ਹੋਇਆ ਹੈ ਕਿਧਰੇ ਚਲਾ ਨਾ ਜਾਏ, ਚਿੰਤਾ। ਪਹਿਲੇ ਤੇ ਇਸ ਤਰ੍ਹਾਂ ਹੋਇਆ, ਜੋ ਮਿਲਿਆ ਵਿਛੜਿਆ, ਜੋ ਮਿਲਿਆ ਵਿਛੜਿਆ। ਬਚਪਨਾ ਮਿਲਿਆ ਚਲਾ ਗਿਆ, ਜਵਾਨੀ ਮਿਲੀ ਚਲੀ ਗਈ। ਜੀਵਨ ਵਿੱਚ ਮਨੁੱਖ ਨੂੰ ਬਹੁਤ ਕੁਝ ਮਿਲਦਾ ਹੈ ਔਰ ਜਾਂਦਾ ਹੈ। ਪਤਾ ਨਹੀਂ ਕਿਤਨਾ ਕੁਝ ਮਿਲੇ ਔਰ ਕਿਤਨੇ ਮਿਲੇ ਵਿਛੜੇ। ਬਾਬਾ ਫਰੀਦ ਆਪਣੇ ਆਪ ਨੂੰ ਇੰਝ ਸਮਝਾਉਂਦੇ ਨੇ, ਫਰੀਦਾ ਕਿੱਥੇ ਤੈਡੇ ਮਾਂ ਪਿਆ, ਜੇ ਨਹੀਂ ਤੂੰ ਜਣਿਆ, ਕੱਲ ਤੇ ਤੇਰੀ ਮਾਂ ਹੈ ਸੀ ਅੱਜ ਕੋਈ ਨਹੀਂ। 5 ਸਾਲ ਤੇ ਪਿਤਾ ਹੈ ਸੀ ਅੱਜ ਕੋਈ ਨਹੀਂ।
10 ਸਾਲ ਪਹਿਲੇ ਮਾਂ ਹੈ ਸੀ, ਅੱਜ ਕੋਈ ਨਹੀਂ। ਫਰੀਦਾ ਕਿੱਥੇ ਤੇਡੇ ਮਾਪਿਆਂ, ਜਿੰਨੀ ਤੂੰ ਜਣਿਆ ਤੈਂ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਣਿਆ। ਮਨ ਭਟਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ। ਯਾਦਾਂ ਦੁੱਖ ਸੁੱਖ ਦੀਆਂ ਹੁੰਦੀਆਂ ਨੇ। ਕੁਝ ਮਿਲਿਆ ਸੀ, ਮਿਲ ਕੇ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ। ਵਿਛੜ ਗਿਆ, ਵਿਛੜ ਕੇ ਚੋਟ ਲੱਗੀ, ਯਾਦ ਆਉਂਦੀ ਹੈ। ਮਨ ਚਲਾ ਜਾਂਦਾ ਚਿੰਤਾ ਦੇ ਵਿੱਚ, ਭਵਿਸ਼ ਦੀ ਚਿੰਤਾ, ਆਉਣ ਵਾਲੇ ਸਮੇਂ ਦੀ ਚਿੰਤਾ। ਹੁਣ ਜੋ ਮਿਲਿਆ ਹੋਇਆ ਹੈ ਕਿਧਰੇ ਵਿਛੜ ਨਾ ਜਾਏ, ਔਰ ਹੁਣ ਜੋ ਕੁਛ ਮੈਂ ਚਾਹੁੰਦਾ ਕਿਧਰੇ ਐਸਾ ਨਾ ਹੋਵੇ ਕਿ ਨਾ ਮਿਲੇ, ਨਾ ਮਿਲੇ। ਚਿੰਤਾ। ਜੋ ਕੁਛ ਮਿਲਿਆ ਹੋਇਆ ਹੈ ਕਿਧਰੇ ਐਸਾ ਨਾ ਹੋਵੇ ਚਲਾ ਜਾਏ, ਚਿੰਤਾ। ਜੋ ਕੁਛ ਮੈਂ ਚਾਹੁੰਦਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ, ਚਿੰਤਾ। ਮਨ ਜਾਂ ਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਾਹੁੰਦਾ ਹੈ, ਦੁੱਖ ਸੁੱਖ ਦੇ ਚਾਹੁੰਦਾ ਹੈ, ਜਾਂ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਾਹੁੰਦਾ ਹੈ। ਹੁਣ ਜੋ ਕੁਛ ਹੈ, ਹੁਣ ਇਹ ਜੀਵਨ ਹੈ, ਕਿਧਰੇ ਚਲਾ ਨਾ ਜਾਏ। ਕਬੀਰ ਸਮਝਾਉਂਦੇ ਨੇ, ਪਾੜੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਕਿਹੜੇ ਚੱਕਰਾਂ 'ਚ ਪਿਆ ਤੂੰ? ਜੋ ਪੜੋਸੀ ਦੇ ਘਰ ਹੋਇਆ ਤੇਰੇ ਨਾਲ ਵੀ ਹੋਣਾ। ਕਿਹੜੇ ਚੱਕਰਾਂ 'ਚ ਪਿਆ ਤੂੰ? ਤੂੰ ਕਿਤਨਾ ਵੀ ਆਪਣੇ ਆਪ ਨੂੰ ਸਮਝਾ ਲੈ, ਪੜੋਸੀ ਨਾਲ ਹੋਇਆ ਮੇਰੇ ਨਾਲ ਨਹੀਂ ਹੋਣਾ। ਉਹਦੀ ਅਰਥੀ ਉੱਠੀ ਹੈ, ਮੇਰੀ ਨਹੀਂ ਉੱਠੇਗੀ। ਉਹ ਬੁੱਢਾ ਹੋਇਆ ਮੈਂ ਨਹੀਂ ਆਵਾਂਗਾ। ਕਬੀਰ ਕਹਿੰਦੇ ਨੇ ਇਸ ਚੱਕਰ 'ਚ ਪੈ ਹੀ ਨਾ। ਪਾੜੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਕਹਿੰਦੇ ਨੇ ਮਨ ਟਿਕ ਗਿਆ, ਮਨ ਭਗਵਾਨ ਦੇ 'ਚ ਟਿਕ ਗਿਆ, ਸਮਾਂ ਮਿਟ ਗਿਆ, ਕਾਲ ਮਿਟ ਗਿਆ। ਇਸੇ ਨੂੰ ਟਿਕਾਓ ਕਹਿੰਦੇ ਨੇ। ਹੋਰ ਮਨ ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਨਹੀਂ ਟਿਕੇਗਾ। ਨਾ ਪਰਿਵਾਰ ਦੇ ਟਿਕੇਗਾ, ਨਾ ਕਾਰੋਬਾਰ ਦੇ ਟਿਕੇਗਾ, ਨਾ ਪਦਾਰਥਾਂ ਦੇ ਟਿਕੇਗਾ। ਕੋਈ ਵੀ ਮਨੋਰੰਜਨ ਹੋਵੇ ਉਹ ਉਤਨੇ ਚਿਰ ਤੱਕ ਹੀ ਮਨ ਦਾ ਪਰਚਾਵਾ ਹੋ ਸਕਦਾ ਹੈ ਜਿਤਨੇ ਚਿਰ ਤੱਕ ਮਨ ਦੀ ਦੁਨੀਆ 'ਚ ਉਹ ਪੁਰਾਣਾ ਨਹੀਂ ਹੋਇਆ। ਤੇ ਪੁਰਾਣੇ ਤੇ ਨਵੇਂ ਦਾ ਫਾਸਲਾ ਕਿਤਨਾ ਹੈ ਪਤਾ ਹੈ? ਜੋ ਨਹੀਂ ਦੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਹੰਡਾਇਆ ਨਵਾਂ ਹੈ, ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਨਵੇਂ ਪੁਰਾਣੇ ਦਾ ਕੋਈ ਬਹੁਤ ਫਾਸਲਾ ਨਹੀਂ ਹੈ। ਤੇ ਮਨ ਨੂੰ ਨਿਤ ਨਵਾਂ ਚਾਹੀਦਾ ਹੈ, ਪੁਰਾਣੇ ਨਾਲ ਸਹਿਮਤ ਨਹੀਂ ਹੁੰਦਾ। ਚਲੋ ਇੱਕ ਉਦਾਹਰਣ ਮੈਂ ਦੇ ਦਿਆਂ। ਇੱਕ ਮਹਾਨ ਕਵੀ ਹੋਵੇ ਤੇ ਉਹਦੀ ਕਵਿਤਾ ਬੜੀ ਬੁਲੰਦ ਪਾਇਆ ਹੋਵੇ, ਉਹ ਤੁਹਾਨੂੰ ਇੱਕ ਦਫਾ ਸੁਣਾਵੇ, ਬੜਾ ਰਸ ਆ ਗਿਆ। ਸਾਰੇ ਕਹਿੰਦੇ ਨੇ ਬੜਾ ਰਸ ਆਇਆ, ਬੜਾ ਆਨੰਦ ਆਇਆ। ਕਵਿਤਾ 'ਚ ਬੜੀ ਜਾਨ ਸੀ, ਕਵਿਤਾ 'ਚ ਬੜੀ ਗੱਲ ਸੀ। ਸਾਰਿਆਂ ਨੂੰ ਰਸ ਵਿਭੋਰ ਦੇਖ ਕੇ ਜੇ ਉਹ ਕਵੀ ਕਹਿ ਦੇਵੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ, ਕਿਉਂਕਿ ਤੁਹਾਨੂੰ ਰਸ ਆ ਰਿਹਾ, ਇਸ ਵਾਸਤੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ। ਯਕੀਨ ਜਾਣੋ ਅੱਧਾ ਰਸ ਖੋ ਗਿਆ, ਖੋ ਗਿਆ, ਅੱਧਾ ਖੋ ਗਿਆ। ਪਰ ਉਹ ਕਵੀ ਜ਼ਰਾ ਢੀਠ ਕਿਸਮ ਦਾ ਹੋਵੇ ਤੇ ਆਖੇ ਹੁਣ ਮੈਂ ਤੁਹਾਨੂੰ ਤਿਬਾਰਾ ਸੁਣਾਣੀ ਹੈ, ਤੀਜੀ ਦਫਾ। ਕਈ ਸੋਚਣਗੇ ਬੰਦਾ ਠੀਕ ਠਾਕ ਵੀ ਹੈ ਕਿ ਨਹੀਂ। ਇੰਜ ਕਹਿ ਲਓ 90% ਰਸ ਖੋ ਗਿਆ। ਤੇ ਜੇ ਉਹ ਹੁਣ ਆਖੇ ਕਿਉਂਕਿ ਤੁਸੀਂ ਬੜੇ ਟਿਕਾਓ ਨਾਲ ਪਏ ਸੁਣਦੇ, ਹੁਣ ਮੈਂ ਤੁਹਾਨੂੰ ਚੌਥੀ ਦਫਾ ਸੁਣਾਉਣਾ, ਰਸ ਬਿਲਕੁਲ ਖੋ ਗਿਆ। ਤੇ ਜੇ ਕਿਧਰੇ ਉਸਨੇ ਕਹਿ ਦਿੱਤਾ ਹੁਣ ਮੈਂ ਤੁਹਾਨੂੰ ਪੰਜਵੀਂ ਦਫਾ ਸੁਣਾਉਣਾ, ਸਾਰਿਆਂ ਨੇ ਕਹਿਣਾ ਦੀਵਾਰਾਂ ਨੂੰ ਸੁਣਾ ਸੀ ਚਲੇ, ਪਾਗਲ ਲੱਗਦਾ ਕਿਧਰੇ, ਹੱਦ ਹੋ ਗਈ। ਪਹਿਲੇ ਮਹਾਕਵੀ ਤੇ ਮਹਾਕਵੀ ਤਾਂ ਹੁਣ ਪਾਗਲ। ਮਹਾਕਵੀ ਸੀ, ਕਵਿਤਾ ਨਵੀਂ ਪ੍ਰਤੀਤ ਹੋਈ, 5 ਦਫਾ ਸੁਣਨ ਨਾਲ ਬਿਲਕੁਲ ਪੁਰਾਣੀ ਹੋ ਗਈ, ਬਿਲਕੁਲ ਪੁਰਾਣੀ, ਸਭ ਕੁਝ ਖੋ ਗਿਆ। ਸੰਸਾਰ ਦੇ 'ਚ ਐਸਾ ਕੁਛ ਵੀ ਨਹੀਂ ਜੋ ਪੁਰਾਣਾ ਨਾ ਹੋਵੇ। ਕਿਧਰੇ ਵੀ ਮਨ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਜੋ ਨਹੀਂ ਮਿਲਿਆ ਨਵਾਂ ਹੈ, ਮਿਲਦਿਆਂ ਹੀ ਪੁਰਾਣਾ ਹੋ ਜਾਂਦਾ ਹੈ।
ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਜਾਂਦਾ ਹੈ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਮਨ ਨੂੰ ਨਿਤ ਨਵਾਂ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਹੈ ਕਦੀ ਪੁਰਾਣਾ ਨਹੀਂ ਆਉਂਦਾ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ। ਭਗਤ ਕਹਿੰਦੇ ਨੇ, ਇੱਕ ਦਿਨ ਦੀ ਗੱਲ ਨਹੀਂ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ ਹੈ, ਦੂਜੇ ਸੈਕਿੰਡ ਦੇ 'ਚ ਉਹ ਰਸ ਹੋ ਰਿਹਾ, ਤੀਜੇ ਸੈਕਿੰਡ ਦੇ 'ਚ ਰਸ ਹੋ ਰਿਹਾ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ ਹੈ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ-ਬਾਰ ਸੁਣਨ ਨਾਲ ਰਸ ਹੋ ਜਾਏਗਾ। ਪਰ ਬਾਰ-ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ। ਸਤ ਪਰਮੇਸ਼ਵਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ, ਇਸ ਦਾ ਤੇ ਬੋਧ ਹੈ ਥੋੜਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ। 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ, ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ, ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ। ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ, ਸਾਰੇ ਸਮਝਦੇ ਸਨ। ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ ਹੈ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ। ਗੱਲ ਨਾਲ ਮੈਨੂੰ ਪਹਿਲੇ ਇਹ ਲਾਂਦਾ ਸੀ। ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ, ਮੈਂ ਕਿਹਾ ਹੱਦ ਹੋ ਗਈ। ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ, ਸ਼ਾਇਦ ਆਪ ਨੂੰ ਪਤਾ ਹੋਵੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ। ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਦੇ 'ਚ ਗਾਣਾ ਹੁੰਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ ਹੈ, 30-35 ਕਵੀ ਵੀ ਪਹੁੰਚਦੇ ਨੇ ਚੋਟੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ 'ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ, ਮੈਂ ਕਿ ਤੁਹਾਡਾ ਮਿੱਤਰ ਕਿੱਥੇ ਹੈ? ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ। ਉਹਨੇ ਆਪਣੇ ਮਕਾਨ ਦੀ 4ਥੀ ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਛ ਦਿਨਾਂ ਤੋਂ ਮੈਨੂੰ ਕਹਿੰਦਾ ਸੀ ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਛ ਵੀ ਨਹੀਂ, ਪੁਨਰੁਕਤੀ ਹੈ। ਜਿਵੇਂ ਬਾਰ-ਬਾਰ ਸਵਾਸ ਲੈ ਰਹੇ ਹਾਂ, ਬਾਰ-ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ-ਬਾਰ ਪੀ ਜਾਓ, ਬਾਰ-ਬਾਰ ਸੌਣਾ ਹੈ, ਬਾਰ-ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕੀਨ ਜੀ, ਮੈਂ ਉਕਤਾ ਗਿਆ, ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ। ਮੈਂ ਕਿੱਥੇ ਤੱਕ ਰਿਪੀਟ ਕਰਾਂ? ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੋ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੋ ਜਾਵਾਂ। ਇਹ ਤੇ ਉਹੀ ਕੁਛ ਕਰ ਰਹੇ ਹਾਂ, ਉਹੀ ਕੁਛ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਝ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਬਹੁਤ ਤਗੜਾ ਸੀ। ਕਹਿੰਦਾ ਸੀ ਮੈਂ ਇਸ ਰੈਪੀਟੇਸ਼ਨ ਦੇ 'ਚ ਨਹੀਂ ਜੀਵਣਾ, ਇਸ ਪੁਨਰੁਕਤੀ ਦੇ 'ਚ ਨਹੀਂ ਜੀਵਣਾ। ਮੈਂ ਕਿਹਾ ਠੀਕ ਹੈ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ, ਉਦਾਸ ਹੋ ਜਾਂਦੇ ਨੇ। ਮੈਂ ਕਿਹਾ ਸ਼ਾਇਰਾਂ ਦਾ ਸੁਭਾਅ ਹੁੰਦਾ ਹੈ।
ਕਵੀਆਂ ਦਾ ਸੁਭਾਅ ਹੁੰਦਾ ਹੈ, ਮੈਂ ਕਦੀ ਸੁਪਨੇ 'ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇਣੀ। ਕਦੀ ਇਸ ਤਰੀਕੇ ਨਾਲ ਆંકੜੇ ਇਕੱਠੇ ਕਰੋਗੇ, ਦੁਨੀਆ ਦੇ ਬੜੇ ਬੜੇ ਚਿੰਤਕ, ਦਾਰਸ਼ਨਿਕ, ਫਿਲਾਸਫਰ, ਕਵੀ, ਕਮ ਸੇ ਕਮ 10% ਨੇ ਖੁਦਕਸ਼ੀ ਕੀਤੀ, ਆਤਮ ਹੱਤਿਆ ਕੀਤੀ। हैरानगी आती है, ऐसा क्यों? वो कहते ने बार बार ओही कुछ मन इत्थे नहीं टिकता। रायपुर कवि दरबार सी ते मैं कहा चलो रोशन जी, कहने लगे हुण कवि दरबारां च भी जाण नूं मन नहीं करता। ओही संगत, ओही कवितावां, ਉਹੀ ਮਾਹੌਲ, ਉਹੀ ਲੋਕਾਂ ਦੀ ਵਾਹ-ਵਾਹ, ਉਹੀ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ, ਕਮਾਲ ਕੀਤਾ, ਕਮਾਲ ਕੀਤਾ। ਕਹਿੰਦਾ ਸੁਣ ਸੁਣ ਕੇ ਤੇ ਮੈਂ ਤੰਗ ਆ ਗਿਆ। ਉਹੀ ਕੁਛ ਨਵੀਨਤਾ ਨਹੀਂ ਹੈ। ਕੁਛ ਦਿਨਾਂ ਤੋਂ ਉਦਾਸ ਮੈਂ ਉਸ ਨੂੰ ਜ਼ਰੂਰ ਦੇਖਿਆ ਸੀ, ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕਸ਼ੀ। ਹਕੀਮ ਮੋਮਨ ਖਾਨ ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਦੇ ਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ। एक मरने पे ही हो जिसकी उम्मीद, ना उम्मीदी उसकी देखा चाहिए। कहता मेरी मायूसी देखो, ਆਪਾਂ ਤੇ फैसला करी बैठे हाँ खुदकशी करनी है। एक मरने पे ही हो जिसकी उम्मीद, ना उम्मीदी उसकी देखा चाहिए। पर बात दे संभालदा हकीम सी, सियाणा सी, बुजुर्ग सी। अब तो घबरा के ये कहते हैं कि मर जाएंगे, पर मर के भी चैन ना पाया तो किधर जाएंगे। कहंदा फिर किथे जावांगा। हकीम मोमन खान मोमन उस वक्त इस्लामी जगत दा चोटी दा कुरान शरीफ दा वक्त आ, बड़ा बुलंद पाया शायर, और जिन्हों बहादुर शाह जफर वक्त दा ये बादशाह हिंदुस्तान दा उस्ताद जी करके बुलांदा सी, हजरत करके बुलांदा सी, झुक के सलाम करदा सी उस भाई बुजुर्ग है, सियाणा है, उस्ताद है। कहंदा अब तो घबरा के ये कहते हैं कि मर जाएंगे, मर के भी चैन न पाया तो किधर जाएंगे। कहंदा मन किधरे भी नहीं टिकदा, किधरे भी नहीं टिकदा। समा हो गया। स्वामी रामानंदा बोल कहते ने कत जाइए रे, मन किथे जाए, घर लागो रंग लग गया। मेरा चित ना चलत मन भयो पंग, मन पिंगला हो गया, मन दे पैर ही टुट गए, गल खत्म। भूतकाल दियां यादां खत्म, भविष्य दी चिंता खत्म, पैर ही टुट गए। मेरा चित न चलत मन भयो पंग, एक दिवस मन भई उमंग। घस चंदा चंदन चोआ बहुत सुगंध, पूजन चाली ब्रह्म ठाए, सो ब्रह्म बतायो गुर मन ही माए। जिस ब्रह्म नूं लोकी तीर्थां ते लभदे ने, मंदिरां च लभदे ने, मंदिर मस्जिद गुरुद्वारियां च लभदे ने, कहंदे ने मैं अपने अंदर लभ लिया। यही गुरु अमरदास जी कहंदे ने, इस मन को कोई खोजो भाई, मन खोजत नाम नौ निध पाई। नौ निध अमृत प्रभ का नाम, देही में इसका विश्राम। मंदिर गया होया उसे दा सफल, जिसने जीवन नूं हरि मंदिर बना लिया। मस्जिद विच गया होया उसे दा सफल, जिहदी जिंदगी ही खाना खुदा बन गई। और गुरुद्वारे गया होया उसे दा सफल, जिसने अपने आप नूं गुरु दा रूप बना लिया, ते गुरु मान नाल कह दे मेरा अपना ही रूप है। खालसा मेरो रूप है खास, खालसे मैं हूं करो निवास। कत जाइए रे घल रागो रंग। गालिब इसनों इंज बयान करता है, मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता।
ਕਹਿੰਦਾ ਟੁੱਟੇ ਪੈਰਾਂ ਦਾ ਬੜਾ ਅਹਿਸਾਨ ਹੈ, ਆਪਾਂ ਟਿਕ ਗਏ ਹਾਂ, ਭਟਕਣਾ ਮਿਟ ਗਏ। ਗੱਲ ਸਮਝ 'ਚ ਆ ਗਈ ਹੈ, ਪਰ ਮੈਂ ਹੁਣ ਸਮਝਾ ਨਹੀਂ ਸਕਦਾ। ਦੁਨੀਆ ਦੇ ਸਾਰੇ ਸੰਤ ਭਗਤਾਂ ਨੇ ਕਹਿ ਦਿੱਤਾ ਹੈ, ਅਕਥ ਹੈ ਜੇ ਹੋ ਜਾਣਾ, ਜੇ ਮੈਂ ਜਾਣ ਵੀ ਲਿਆ, ਆਖਾ ਨਾਹੀਂ ਕਹਿਣਾ ਨਹੀਂ, ਕਿਉਂ ਕਹਿਣਾ ਕਥਨ ਨਾ ਜਾਏ, ਕਥਨੀ 'ਚ ਨਹੀਂ ਆਉਂਦਾ। ਕਿਆ ਹੋ ਕਥੀ ਕਥੇ ਕਤ ਦੇਖਾ, ਮੈਂ ਅਕਥ ਨਾ ਕਥਨਾ ਜਾਏ। ਜਿਨ੍ਹਾਂ ਇਸ ਅਗੰਮੀ ਦੁਨੀਆ ਨੂੰ ਪ੍ਰਾਪਤ ਕੀਤਾ, ਉਸ ਦਾ ਕੋਈ ਪ੍ਰਤੱਖ ਸਬੂਤ ਨਾ ਦੇ ਸਕੇ, ਔਰ ਹੈ ਵੀ ਨਹੀਂ। ਪ੍ਰਤੱਖ ਸਬੂਤ ਸੀਮਤ ਦਾ ਹੁੰਦਾ, ਅਸੀਮ ਦਾ ਨਹੀਂ ਹੁੰਦਾ। ਜਿਨ੍ਹਾਂ ਨੇ ਉਸ ਅਗੰਮੀ ਦੁਨੀਆ ਦੀ ਝਲਕ ਦਾ ਆਨੰਦ ਮਾਣਿਆ, ਉਹ ਕੋਈ ਪ੍ਰਤੱਖ ਸਬੂਤ ਦੇ ਨਾ ਸਕੇ। ਤੇ ਜਿਨ੍ਹਾਂ ਨੂੰ ਇਸ ਅਗੰਮੀ ਦੁਨੀਆ ਦੀ ਝਲਕ ਨਾ ਮਿਲੀ, ਉਹ ਬੜੇ ਪ੍ਰਬਲ ਝੂਠੇ ਸਬੂਤ ਇਕੱਠੇ ਕਰਕੇ ਧੂਆਂਧਾਰ ਤਕਰੀਰਾਂ ਦੇ ਰਾਹੀਂ ਨਾਸਤਿਕਤਾ ਨੂੰ ਜਨਮ ਦੇ ਗਏ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ। ਕਾਰਲ ਮਾਰਕਸ ਦੇ ਵਿਚਾਰਾਂ ਤੋਂ ਵਕਤੀ ਤੌਰ ਤੇ ਅੱਧੀ ਦੁਨੀਆ ਪ੍ਰਭਾਵਿਤ ਹੋ ਗਈ ਸੀ। ਚਾਈਨਾ, ਟੈਨਜ਼ਾਨੀਆ, ਕੋਰੀਆ, ਲਾਓਸ, ਕੰਬੋਡੀਆ, ਚੈਕੋਸਲੋਵਾਕੀਆ, ਬਲਗਾਰੀਆ, पोलैंड, आधा जर्मनी, पूरा रशिया, ये सारा उस तो प्रभावित हो गया सी। इतनी दुनिया किसी वड्डे तो वड्डे पैगंबर तो भी प्रभावित नहीं हुई, क्योंकि पैगंबरां दी गल अंतर्मुखी है, ओदी गल सिर्फ बाहरमुखी सी। और जद कदी कोई मनुख पूर्ण तौर ते अंतर्मुखी हो जाता है, ਉਹੀ भगत है। तो भगती की जो रूप रेखा धन गुरु ग्रंथ साहब जी महाराज की बाणी छेतर दी मैं फिर कल थोड़े सामने रखने की कोशिश करांगा। समा हो गया। साहिब रहमत करन, बख्शिश करन, सानू उस अगम्य अवस्था की झलक देन, जिस झलक का धन गुरु नानक देव जी महाराज की बाणी जिक्र कर दी है। हुण आप गुरबाणी का एक शब्द कीर्तन के राही सरवण करो। आनंद साहब का पाठ, भुल चुक दी क्षमा। वाहिगुरू जी का खालसा, वाहिगुरू जी।